ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵੈ ਪ੍ਰਗਟਿ ਅਮਰਦ ਅਗੰਮੜਾ ਵਰਿਆ ਮੈਂ ਅਕੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ। ਪਰਮਾਤਮ ਕੀ ਮੌਜ ਹਕ ਹਕ ਅੰਦੇਸ ਗੁਰੂ ਗੋਬਿੰਦ ਸਿੰਘ। ਹਕ ਹਕ ਅੰਦੇਸ ਗੁਰੂ ਗੋਬਿੰਦ ਸਿੰਘ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਸਨਮਾਨਯੋਗ ਸਤ ਸੰਗਤ ਜੀਓ, ਗੁਰਮਤਿ ਗੁਰਬਾਣੀ ਇਤਿਹਾਸਿਕ ਵਿਚਾਰਾਂ ਆਰੰਭ ਕਰਾਂ। ਪੇਸ਼ਤਰ ਗੁਰਦੇਵ ਦੀ ਬਖਸ਼ੀ ਸਨਿਮਰ ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਸ਼ੇਸ਼ ਦੀਵਾਨ ਦੇ ਵਿੱਚ ਜੋ ਹੋਲੇ ਮਹੱਲੇ ਦਾ ਸਮਾਗਮ ਦੀਵਾਨ ਹੈ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਬਚਿੱਤਰ ਨਾਟਕ, ਇੱਕ ਯੂਨੀਕ ਫੈਸਟੀਵਲ ਖਾਲਸੇ ਨੂੰ ਪ੍ਰਦਾਨ ਕੀਤਾ ਹੈ। ਉਸ ਸੰਬੰਧ ਦੇ ਵਿੱਚ ਮੈਂ ਇਤਿਹਾਸਕ ਗੁਰਮਤਿ ਵਿਚਾਰਾਂ ਆਪ ਜੀ ਦੇ ਸਮਸਤ ਭੇਟ ਕਰਾਂ। ਸੁਬਾ ਦੇ ਦੀਵਾਨ ਦੇ ਵਿੱਚ ਭਾਈ ਜੈਮਲ ਸਿੰਘ ਜੀ ਰਸ ਲਬਰੇਜ਼ ਕੀਰਤਨ ਸਰਵਣ ਕਰਾ ਰਹੇ ਸਨ। ਉਪਰੰਤ ਮੇਰੇ ਮਿੱਤਰ ਵੀਰ ਜੈਦੀਪ ਸਿੰਘ ਜੀ, ਉਹਨਾਂ ਦੇ ਪਿਆਰੇ ਬੱਚੇ ਰਾਗਾਂ ਦੇ ਵਿੱਚ ਬੇਨਜ਼ੀਰ ਕੀਰਤਨ ਸਰਵਣ ਕਰਾ ਰਹੇ ਸਨ। ਮਹਾਰਾਜ ਦੀ ਬੜੀ ਕਿਰਪਾ ਹੈ। ਮੈਂ ਪਲੇਨ ਵਿਊ ਗੁਰਦੁਆਰੇ ਜਦੋਂ ਕਥਾ ਕਰ ਰਿਹਾ ਸੀ ਤੇ ਇਹਨਾਂ ਨੇ ਰਾਮ ਕੱਲੀ ਰਾਗ ਦੇ ਵਿੱਚ ਹੀ ਆਨੰਦ ਸਾਹਿਬ ਪੜ੍ਹਿਆ ਸੀ ਕਿ ਉਹ ਦਰਅਸਲ ਆਨੰਦ ਸਾਹਿਬ ਹੈ ਹੀ ਰਾਮ ਕੱਲੀ ਰਾਗ 'ਚ ਹੈ। ਤੋ ਆਪ ਜਿੱਥੇ ਕੀਰਤਨ ਸਰਵਣ ਕਰ ਰਹੇ ਸੀ ਉੱਥੇ ਆਪਣੀ ਸੁਰਤੀ ਨੂੰ, ਬਿਰਤੀ ਨੂੰ, ਧਿਆਨ ਨੂੰ ਅਨੰਦਪੁਰ ਸਾਹਿਬ ਦੀ ਮੁਕੱਦਸ ਜ਼ਮੀਨ 'ਤੇ ਟਿਕਾਈਏ, ਜਿੱਥੇ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਹੋਲਾ ਮਹੱਲਾ ਦੀ ਦਾਤ ਦਿੱਤੀ ਹੈ। ਤੇ ਮੈਂ ਲੜੀਵਾਰ ਵਿਚਾਰ ਆਰੰਭ ਕਰਾਂ। ਧਿਆਨ ਨੂੰ, ਸੁਰਤ ਨੂੰ ਥੋੜਾ ਇਕਾਗਰ ਕਰੋ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਾਨ ਸੂਰਤ, ਮਹਾਨ ਸ਼ਖਸੀਅਤ, ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕੀਤਿਆਂ, ਦੀਦਾਰ ਕੀਤਿਆਂ ਕੀ ਹੁੰਦਾ ਹੈ। ਮਹਾਰਾਜ ਬਾਣੀ 'ਚ ਕਹਿੰਦੇ ਨੇ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ। ਤੇ ਫਿਰ ਉਹ ਗੁਰੂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੈਸਾ, ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਉਹ ਕਾਰਜ ਕੀਤੇ ਨੇ ਜੋ ਅੱਜ ਤੱਕ ਕੋਈ ਕਰ ਨਹੀਂ ਸਕਦਾ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛੀਏ
ਹਜ਼ੂਰ ਤੁਸੀਂ ਇਸ ਸੰਸਾਰ ਦੇ ਵਿੱਚ ਕਿਉਂ ਆਏ ਹੋ? ਤੁਹਾਡੇ ਆਉਣ ਦਾ ਕਾਰਨ ਕੀ ਹੈ, ਪ੍ਰਯੋਜਨ ਕੀ ਹੈ? ਕਿਉਂਕਿ ਜਗਤ ਦੇ ਵਿੱਚ ਜਿਤਨੇ ਮਨੁੱਖ ਪੈਦਾ ਹੋ ਰਹੇ ਨੇ, ਸਭ ਦਾ ਜਨਮ, ਸਭ ਦੀ ਰੋਜ਼ੀ, ਤੇ ਅਗਲੀ ਗੱਲ ਮੈਂ ਕਹਿ ਦਿਆਂ, ਸਭ ਦਾ ਮਰਨ ਵੀ ਪਰਿਪੂਰਨ ਪਰਮਾਤਮਾ ਨੇ ਨੀਯਤ ਕੀਤਾ ਹੈ। ਉਹ ਪਰਮਾਤਮਾ ਨੇ ਫਿਕਸ ਕੀਤਾ ਹੈ। ਹਰ ਬੰਦੇ ਨੇ ਇਸ ਸੰਸਾਰ ਦੇ ਵਿੱਚ ਕਰਨਾ ਕੀ ਹੈ। ਉੱਥੇ ਹਜ਼ੂਰ ਬਾਣੀ 'ਚ ਕਹਿੰਦੇ ਨੇ, ਤੁਧ ਸੰਸਾਰ ਉਪਾਇਆ, ਸਿਰੇ ਸਿਰ ਧੰਦੇ ਲਾਇਆ। ਉਹ ਹਰ ਇੱਕ ਨੂੰ ਉਹਨੇ ਧੰਦਾ ਦਿੱਤਾ ਹੈ। ਵਪਾਰ ਕਿਸੇ ਨੇ ਕਰਨਾ ਹੈ, ਕਿਸੇ ਨੇ ਕੁਝ ਕਰਨਾ ਹੈ। ਪਰ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛੀਏ, ਮਹਾਰਾਜ ਤੁਸੀਂ ਇਸ ਸੰਸਾਰ 'ਚ ਕਿਉਂ ਆਏ ਹੋ? ਤੁਹਾਡੇ ਆਉਣ ਦਾ ਕਾਰਨ ਕੀ ਹੈ? ਤੇ ਉੱਥੇ ਸ਼ਬਦ ਥੋੜੇ ਧਿਆਨ ਦੇ ਵਿੱਚ ਰੱਖਣਾ। ਹਜ਼ੂਰ ਕਹਿੰਦੇ ਨੇ, ਯਹੀ ਕਾਜ ਦਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ, ਧਰਮ ਚਲਾਵਣ ਸੰਤੀ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ। ਤੇ ਉੱਥੇ ਹਜ਼ੂਰ ਇੱਕ ਗੱਲ ਹੋਰ ਵੀ ਕਹਿ ਰਹੇ ਨੇ, ਹਮ ਇਹ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ, ਅਸੀਂ ਖਾਲਸੇ ਦੀ ਸਿਰਜਣਾ ਕਰਨ ਆਏ ਹਾਂ। ਥੋੜਾ ਪੰਕਤੀਆਂ ਵੱਲ ਫਿਰ ਤਵਾਜ਼ਨ ਫਰਾਹਮ ਕਰਨਾ। ਯਹੀ ਕਾਜ ਦਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ। ਧਰਮ ਚਲਾਵਨ ਦਾ ਮਤਲਬ ਹੈ ਅਸੀਂ ਖਾਲਸੇ ਦੀ ਸਿਰਜਣਾ ਕਰਨ ਆਏ ਹਾਂ, ਕਿਉਂਕਿ ਧਰਮ ਤੇ ਉੱਥੇ ਹੋਰ ਵੀ ਬੜੇ ਨੇ। ਮਹਾਰਾਜ ਤੋਂ ਪਹਿਲੇ ਬੁੱਧ ਧਰਮ ਹੈ, ਜੈਨ ਧਰਮ ਬੜਾ ਪੁਰਾਣਾ ਹੈ, ਸਨਾਤਨ ਧਰਮ ਬੜਾ ਪੁਰਾਣਾ ਹੈ, ਕ੍ਰਿਸਚੈਨਿਟੀ ਹੈ, ਯੂਦਾਇਜ਼ਮ ਹੈ, ਪਾਰਸੀ ਹੈ, ਧਰਮ ਤੇ ਬੜੇ ਨੇ। ਪਰ ਸਭ ਤੋਂ ਨਵੇਕਲਾ ਧਰਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿਰਜਿਆ ਹੈ। ਤੇ ਜਿੱਥੇ ਉਹਨਾਂ ਨੇ ਖਾਲਸੇ ਦੀ ਸਿਰਜਣਾ ਕੀਤੀ ਹੈ, ਮੈਂ ਬੇਨਤੀ ਕਰਾਂ, ਖਾਲਸੇ ਦੀ ਸਿਰਜਣਾ ਤੋਂ ਕਰੀਬਨ 20 ਦਿਨ ਪਹਿਲੇ, ਜ਼ਿਆਦਾ ਸਮਾਂ ਤੇ ਨਹੀਂ, 1 ਮਹੀਨਾ ਤੇ ਨਹੀਂ ਹੈ, 20-25 ਦਿਨਾਂ ਦਾ ਹੀ ਗੈਪ ਹੈ। ਆਨੰਦਪੁਰ ਸਾਹਿਬ ਦੀ ਮੁਕੱਦਸ ਜ਼ਮੀਨ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਰਹਿ ਰਹੇ ਨੇ, ਤੇ ਉਸ ਆਨੰਦਪੁਰੀ ਦਾ ਹਾਲ ਕੀ ਹੈ, ਉਹ ਇੱਕ ਕਵੀ ਨੇ ਲਿਖਿਆ ਹੈ। ਧਿਆਨ ਨਾਲ ਸਰਵਣ ਕਰਨਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਆਨੰਦਪੁਰ ਸਾਹਿਬ ਰਹਿੰਦੇ ਨੇ, ਤੇ ਮੈਂ ਰਾਤੀ ਵੀ ਬੇਨਤੀ ਕੀਤੀ, ਮੈਂ ਭਾਵਨਾ ਦੀ ਗੱਲ ਕਰ ਰਿਹਾ, ਸ਼ਰਧਾ ਦੀ ਗੱਲ ਕਰ ਰਿਹਾ, ਵਿਸ਼ਵਾਸ ਦੀ ਗੱਲ ਕਰ ਰਹੇ ਹਾਂ। ਅੱਜ ਵੀ ਜਦੋਂ ਆਨੰਦਪੁਰ ਸਾਹਿਬ ਜਾਈਏ ਤੇ ਤੁਸੀਂ ਹਿਰਦੇ ਦੇ ਤਲ ਦੇ ਉੱਤੇ ਦੇਖਣਾ, ਇੰਜ ਲੱਗਦਾ ਹੈ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਾਹਿਬ ਇੱਥੇ ਹੀ ਮੌਜੂਦ ਹਨ। ਮੈਂ ਥੋੜ੍ਹੀ ਜਿਹੀ ਬੇਨਤੀ ਕਰਾਂ, ਮੈਂ ਜਦੋਂ ਉੱਥੇ ਜਾਣਾ, ਤੇ ਮੈਂ ਰਾਤੀ ਵੀ ਬੇਨਤੀ ਕੀਤੀ, ਆਨੰਦਗੜ੍ਹ ਸਾਹਿਬ ਤੋਂ ਮੈਂ ਤਖਤ ਸਾਹਿਬ ਤੱਕ ਵਾਕ ਹੀ ਕਰਦਾ, ਮੇਰੀ ਕੋਸ਼ਿਸ਼ ਹੁੰਦੀ ਸ਼ਾਮ ਨੂੰ ਵਾਕ ਕੀਤੀ ਜਾਏ। ਉਹ ਆਨੰਦਪੁਰ ਦਾ ਦ੍ਰਿਸ਼ ਬੜਾ ਬਾਕਮਾਲ ਹੈ, ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਪੈਨਾਰੋਮਿਕ ਵਿਊ ਕਹਿੰਦੇ ਹਾਂ, ਜਾਂ ਇਨਕ੍ਰੈਡੀਬਲ ਵਿਊ ਕਹਿੰਦੇ ਹਾਂ। ਉਹ ਵਿਊ ਹੀ ਬੜਾ ਖੂਬਸੂਰਤ ਹੈ, ਕਾਰਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਬਹੁਤ ਉੱਚਾ ਸਥਾਨ ਹੈ, ਬਹੁਤ ਹਾਈਟ ਦੇ ਉੱਤੇ ਹੈ, ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਉੱਥੇ ਰਹਿ ਰਹੇ ਹਨ। ਤੇ ਉਸ ਇੱਕ ਕਵੀ ਨੇ ਹਿਰਦੇ ਦੀ ਵੇਦਨਾ ਨੂੰ ਪ੍ਰਗਟ ਕੀਤਾ ਹੈ। ਧਿਆਨ ਨਾਲ ਸੁਣਨਾ, ਆਨੰਦਪੁਰੀ ਦੀ ਹਾਲਤ ਕੀ ਹੈ, ਉਸ ਵਕਤ ਦਾ ਨਜ਼ਾਰਾ ਕੀ ਹੈ। ਉਹ ਕਹਿੰਦਾ, ਆਨੰਦ ਆਨੰਦ ਸਭ ਕੋ ਕਹਿਤ ਹੈ। ਮੈਨੂੰ ਇੰਜ ਲੱਗਦਾ ਇਹ ਜਿਹੜਾ ਕਵੀ ਹੈ, ਇਸ ਪੰਕਤੀ ਦੀ ਵਿਆਖਿਆ ਕਰ ਰਿਹਾ ਹੈ। ਜਿਹੜੀ ਪੰਕਤੀ ਧੰਨ ਗੁਰੂ ਅਮਰਦਾਸ ਜੀ ਨੇ ਕਹੀ ਹੈ, ਆਨੰਦ ਬਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਉਹ ਕਹਿੰਦਾ, ਆਨੰਦ ਆਨੰਦ ਸਭ ਕੋ ਕਹੇ। ਸਾਰੇ ਕਹਿੰਦੇ ਆ ਆਨੰਦ ਹੈ, ਆਨੰਦ ਹੈ, ਪਰ ਉਹ ਝੂਠਾ ਆਨੰਦ ਹੈ। ਉਹ ਟੈਂਪਰੇਰੀ ਸੁਖ ਹੈ, ਉਹ ਟੈਂਪਰੇਰੀ ਵਿਜ਼ਡਮ ਹੈ। आनंद को दाता आनंदपुर रहत है, आनंद को चाहिए तो आनंदपुर आइए। एक कवि हंस राम दे शब्द है जो गुरु गोबिंद सिंह साहब दा हजूरी कवि है। वो कहंदा आनंद दा दाता
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਨੰਦਪੁਰ ਸਾਹਿਬ ਰਹਿ ਰਹੇ ਨੇ। ਉਹ ਆਨੰਦ ਦੇ ਦਾਤੇ ਨੇ। ਤੇ ਇਹ ਦੁਨੀਆ ਦੇ ਲੋਗੋ, ਅਗਰ ਤੁਸੀਂ ਸਦੀਵੀ ਆਨੰਦ ਚਾਹੁੰਦੇ ਹੋ ਤੇ ਦੌੜ ਕੇ ਭੱਜ ਕੇ ਡਿਲੇ ਨਾ ਕਰੋ। ਇੰਜ ਕਰੋ, ਕੀ ਕਰੋ, ਦੌੜ ਕੇ ਇੰਸਟੈਂਟਲੀ ਕੀ ਕਰੋ, ਉਹ ਕਹਿੰਦਾ ਆਨੰਦਪੁਰ ਸਾਹਿਬ ਆ ਜਾਓ। ਮੈਂ ਬੇਨਤੀ ਕਰਾਂ, ਗੁਰੂ ਰਾਮਦਾਸ ਜੀ ਦਾ ਇੱਕ ਪਦਾ ਹੈ, ਉਹਦੇ 'ਚ ਵੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਪਤਾ ਕੀ ਕਹਿੰਦੇ ਨੇ? ਹਜ਼ੂਰ ਕਹਿੰਦੇ ਨੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿ ਰਿਹਾ ਉਹਨੂੰ ਇਨਸਟੈਂਟ ਮੰਨ ਲੈ, ਉਹਨੂੰ ਜਲਦੀ ਚੱਲ ਪੈ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ, ਜੋ ਗੁਰੂ ਕਹਿ ਰਿਹਾ ਉਹਨੂੰ ਤਤਕਾਲ ਅੰਡਰਸਟੈਂਡ ਕਰ ਲੈ। ਉਹ ਕਵੀ ਕਹਿੰਦਾ ਦੌੜ ਕੇ ਭੱਜ ਕੇ ਆਨੰਦਪੁਰ ਸਾਹਿਬ ਆ ਜਾਓ, ਕਿਉਂਕਿ ਆਨੰਦ ਦਾ ਦਾਤਾ, ਅੰਮ੍ਰਿਤ ਦਾ ਦਾਤਾ, ਉਹ ਸਰਬੰਸ ਦਾਨੀ, ਜਿਨ੍ਹਾਂ ਦੀ ਉਸਤਤ ਮੈਂ ਅਰਜ਼ ਕਰਾਂ। ਕਵੀ ਜਨ ਕਹਿੰਦੇ ਨੇ, ਇਤਿਹਾਸਕਾਰ ਕਹਿੰਦੇ ਨੇ, ਇਹ ਰਸਨਾ ਕਰ ਹੀ ਨਹੀਂ ਸਕਦੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਜਿਨ੍ਹਾਂ ਦੀ ਮਹਿਮਾ ਬਿਆਨ ਇਹ ਰਸਨਾ ਨਾਲ ਕੀਤੀ ਨਹੀਂ ਜਾ ਸਕਦੀ। ਉਹਨਾਂ ਦੇ ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰੀਏ। ਉਹ ਇੱਕੋ ਹੀ ਸਮੇਂ ਅੰਮ੍ਰਿਤ ਦੇ ਦਾਤੇ ਹਨ। ਕਿਉਂਕਿ ਮੈਂ ਇਹ ਨਾਲ ਇਸ ਕਰਕੇ ਬੇਨਤੀ ਕਰ ਰਿਹਾ ਹਾਂ, ਇਸ ਅਸਥਾਨ 'ਤੇ ਪ੍ਰਯਾਸ ਕੀਤਾ ਗਿਆ ਹੈ ਕਿ ਅੰਮ੍ਰਿਤ ਸੰਚਾਰ ਵੀ ਹੋਵੇ, ਔਰ ਉਹਦੇ ਲਈ ਹੁਣ ਤੋਂ ਹੀ ਪ੍ਰਯਾਸ ਹੈ। ਤੇ ਉਹ ਮੈਨੂੰ ਥੋੜ੍ਹਾ ਜਿਹਾ ਔਖਾ ਵੀ ਹੋਣਾ ਪੈਂਦਾ। ਮੈਂ ਇੱਕ ਵਾਰ, ਮੇਰਾ ਖਿਆਲ ਹੈ ਟੋਰਾਂਟੋ ਡਿਕਸੀ ਕਥਾ ਕਰ ਰਿਹਾ, ਤੋ ਇੱਕ ਸੱਜਣ ਕਹਿੰਦਾ ਇਹ ਭਾਈਆਂ ਨੂੰ ਕੰਮ ਹੀ ਕੋਈ ਨਹੀਂ ਹੈ, ਜਦੋਂ ਵੀ ਮਿਲੋ ਕਹਿੰਦੇ ਅੰਮ੍ਰਿਤੀ ਛਕੋ, ਅੰਮ੍ਰਿਤੀ ਪਾਣ ਕਰੋ। ਤੇ ਮੈਨੂੰ ਉਹਨੂੰ ਕਹਿਣਾ ਪਿਆ ਵੀ ਗੁਰਮੁਖਾ, ਮਹਾਰਾਜ ਦਾ ਹੁਕਮ ਹੈ, ਪ੍ਰਥਮ ਰਹਿਤ ਇਹ ਜਾਨ, ਖੰਡੇ ਕੀ ਪਾਹੁਲ ਛਕੇ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ। ਤੇ ਮੈਂ ਵਿਸਾਖੀ ਦੀ ਕਈ ਵਾਰ ਲੜੀਵਾਰ ਵਿਚਾਰ 'ਚ ਬੇਨਤੀ ਕੀਤੀ, ਹਜ਼ੂਰ ਨੇ ਅੰਮ੍ਰਿਤ ਦੀ ਦਾਤ ਦਿੱਤੀ ਹੈ, ਉਹ ਅੰਮ੍ਰਿਤ ਛਕਾਇਆ ਹੈ। ਤੇ ਗੱਲ ਇੱਥੇ ਖਤਮ ਹੀ ਨਹੀਂ ਹੋ ਗਈ ਵੀ ਅੰਮ੍ਰਿਤ ਛਕਾ ਦਿੱਤਾ ਤੇ ਸਾਰੀ ਸਟੋਰੀ ਫਿਨਿਸ਼ ਹੋ ਗਈ, ਸਾਰੀ ਗਾਥਾ ਖਤਮ ਹੋ ਗਈ। ਨਹੀਂ, ਅਗਲੀ ਗਾਥਾ ਇੱਥੋਂ ਸ਼ੁਰੂ ਹੁੰਦੀ ਹੈ, ਅਗਲੀ ਵਿਚਾਰ ਇੱਥੋਂ ਸ਼ੁਰੂ ਹੁੰਦੀ ਹੈ। ਉਹਨਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ ਨਹੀਂ, ਉਹਨਾਂ ਨੇ ਸਿਰਫ ਅੰਮ੍ਰਿਤ ਦੀ ਕਿਰਪਾ ਕੀਤੀ ਨਹੀਂ, ਖੁਦ ਵੀ ਅੰਮ੍ਰਿਤ ਉਹਨਾਂ ਕੋਲੋਂ ਚੂਲਾ ਲਿਆ ਹੈ, ਖੁਦ ਵੀ ਅੰਮ੍ਰਿਤ ਪਾਨ ਕੀਤਾ ਹੈ। ਇਤਿਹਾਸ ਹੈ ਨਾ, ਇਹ ਤਵਾਰੀਖ ਹੈ। ਇਹਦਾ ਮਤਲਬ ਜੇ ਅੰਮ੍ਰਿਤ ਛਕਣਾ ਧੰਨ ਗੁਰੂ ਗੋਬਿੰਦ ਸਿੰਘ ਜੀ ਲਈ ਜ਼ਰੂਰੀ ਹੈ ਤੇ ਸਾਡੇ ਵਾਸਤੇ ਵੀ ਜ਼ਰੂਰੀ ਹੈ। ਤਾਂ ਹੀ ਉਹ ਕਲਾ ਵਰਤੀ ਹੈ, ਵੈ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਹਜ਼ੂਰ ਨੇ ਉੱਥੇ ਅੰਮ੍ਰਿਤ ਦੀ ਦਾਤ ਦਿੱਤੀ ਹੈ, ਆਪ ਅੰਮ੍ਰਿਤ ਪਾਨ ਕੀਤਾ ਹੈ। ਤੇ ਉਸ ਦਿਨ ਤੋਂ ਹੀ ਇਤਿਹਾਸ ਹੈ, ਤਵਾਰੀਖ ਹੈ। ਮਹਾਰਾਜ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ, ਪਹਿਲਾ ਨਾਮ ਤੇ ਗੋਬਿੰਦ ਰਾਏ ਹੈ। ਉਸ ਦਿਨ ਹੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ। ਤੇ ਉੱਥੇ ਕੁਝ ਡਾਇਲੌਗ ਹੋਏ ਹਨ, ਕੁਝ ਗੱਲਬਾਤ ਹੋਈ ਹੈ ਜੋ ਸਾਡੇ ਇਤਿਹਾਸਕਾਰਾਂ ਨੇ ਇਤਿਹਾਸ ਦੇ ਵਿੱਚ ਲਿਖੀ ਹੈ। ਉੱਥੇ ਭਾਈ ਦਇਆ ਸਿੰਘ ਨੇ ਕਿਹਾ, ਮਹਾਰਾਜ ਅਸੀਂ ਅੰਮ੍ਰਿਤ ਸੀਸ ਭੇਟ ਕਰਕੇ ਆਪ ਜੀ ਦੇ ਕੋਲੋਂ ਪ੍ਰਾਪਤ ਕੀਤਾ ਹੈ, ਤੇ ਤੁਸੀਂ ਇਸ ਦੇ ਇਵਜ਼ ਦੇ ਵਿੱਚ ਸਾਨੂੰ ਕੀ ਦਿਓਗੇ, ਸਾਨੂੰ ਕੀ ਭੇਟਾ ਕਰੋਗੇ। ਇਹ ਡਾਇਲੌਗ ਹਨ, ਇਹ ਇਤਿਹਾਸ ਦੇ ਬਚਨ ਹਨ। ਤੇ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਮਹਾਰਾਜ ਸਭ ਕੁਝ ਜਾਣਦੇ ਨੇ, ਆਉਣ ਵਾਲਾ ਸਮਾਂ ਹਜ਼ੂਰ ਨੂੰ ਸਭ ਪਤਾ ਹੈ। ਮੈਂ ਕਈ ਦਫਾ ਅਰਜ਼ ਕੀਤੀ ਹੈ, ਜੋ ਅੰਤਰਜਾਮੀ ਨਹੀਂ ਹੈ ਉਹ ਭਗਵਾਨ ਨਹੀਂ ਹੈ, ਜੋ ਭਗਵਾਨ ਹੈ ਉਹ ਅੰਤਰਜਾਮੀ ਹੈ, ਜੋ ਅੰਤਰਜਾਮੀ ਨਹੀਂ ਉਹ ਗੁਰੂ ਨਹੀਂ ਹੈ। ਕਿਉਂਕਿ ਗੁਰੂ ਦੇ ਵਿੱਚ ਤੇ ਇਹ ਸਮਰੱਥਾ ਹੈ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਮੈਂ ਵਿੱਚੋਂ ਥੋੜ੍ਹੀ ਜਿਹੀ ਇੱਕ ਸਾਖੀ ਦਾ ਜ਼ਿਕਰ ਕਰਦੇ ਹਾਂ। ਧੰਨ ਗੁਰੂ ਅਮਰਦਾਸ ਜੀ ਉਮਰ ਦੇ ਵਿੱਚ ਸਭ ਤੋਂ ਵੱਡੇ ਨੇ, ਇਤਿਹਾਸ ਹੈ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਸਭ ਤੋਂ ਛੋਟੇ ਨੇ। ਤੇ ਰਿਸ਼ਤੇਦਾਰੀ ਦੇ ਵਿੱਚ, ਬਰਾਦਰੀ ਦੇ ਵਿੱਚ, ਰਿਲੇਸ਼ਨਸ਼ਿਪ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਅੰਗਦ ਸਾਹਿਬ ਦੇ ਕੁੜਮ ਲੱਗਦੇ ਨੇ।
ਤੇ ਕੁੜਮਾਂ ਦੀ ਜਿਹੜੀ ਉਹ ਹੈਗੀ ਹੈ ਰਿਲੇਸ਼ਨਸ਼ਿਪ, ਉਹ ਬੜੀ ਡੈਲੀਗੇਟ ਹੈ। ਆਪ ਸੁਣ ਕੇ ਹੈਰਾਨ ਹੋਵੋਗੇ, ਗੁਜਰਾਤੀਆਂ ਦੇ ਵਿੱਚ, ਜੈਨੀਆਂ ਦੇ ਵਿੱਚ, ਮਰਾਠੀਆਂ ਦੇ ਵਿੱਚ ਮੇਰਾ ਲੰਬਾ ਬਰਮਣ ਰਿਹਾ ਹੈ। ਬੰਬੇ ਦੇ ਵਿੱਚ, ਮਹਾਰਾਸ਼ਟਰਾ ਦੇ ਵਿੱਚ, ਗੁਜਰਾਤ ਦੇ ਵਿੱਚ ਅੱਜ ਵੀ ਲੋਕ ਧੀ ਦੇ ਘਰੋਂ ਅੰਨ ਜਲ ਨਹੀਂ ਖਾਂਦੇ। ਅੱਜ ਵੀ ਉਹਨਾਂ ਦੀ ਪ੍ਰਥਾ ਹੈ। ਧੰਨ ਗੁਰੂ ਅਮਰਦਾਸ ਜੀ ਦੇ ਘਰ ਧੰਨ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਦਾ ਵਿਆਹ ਹੋਇਆ ਹੈ। ਰਿਸ਼ਤੇਦਾਰੀ ਹੈ, ਪਰ ਤਵਾਰੀਖ ਕਹਿੰਦੀ ਹੈ ਜਦੋਂ ਹਜ਼ੂਰ ਪਹਿਲੀ ਵਾਰ ਐਜ਼ ਏ ਗੁਰੂ ਦਰਸ਼ਨ ਕਰਨ ਗਏ ਹਨ ਤੇ ਧੰਨ ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਗੁਰੂ ਅਮਰਦਾਸ ਜੀ ਦੀ ਨੌਂ ਬੀਬੀ ਅਮਰੋ ਕਮਰੇ 'ਚ ਗਈ ਹੈ। ਖਡੂਰ ਸਾਹਿਬ ਦੀ ਧਰਤੀ ਦਾ ਜ਼ਿਕਰ ਹੈ। ਉਹ ਅੰਦਰ ਗਈ ਹੈ ਤੇ ਧੰਨ ਗੁਰੂ ਅਮਰਦਾਸ ਬਾਹਰ ਖੜੇ ਹਨ। ਥੋੜਾ ਧਿਆਨ ਦੇਣਾ, ਉਹ ਅੰਦਰ ਨਹੀਂ ਗਏ ਤੇ ਮਨ ਦੇ ਵਿੱਚ ਇੱਕ ਸ਼ੰਕਾ ਹੈ, ਮਨ ਦੇ ਵਿੱਚ ਇੱਕ ਖਿਆਲ ਹੈ ਕਿ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦੀ ਜੋਤ ਹੈ, ਮੈਂ ਦੇਖਾਂ ਉਹ ਅੰਤਰਜਾਮੀ ਵੀ ਹੈ, ਉਹਨਾਂ 'ਚ ਇਹ ਸਮਰੱਥਾ ਹੈ। ਇੱਥੇ ਇੱਕ ਮੈਂ ਬੇਨਤੀ ਕਰਾਂ, ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖੰਨੇ ਵਾਲੇ ਇੱਕ ਗੱਲ ਕਹਿੰਦੇ ਹੁੰਦੇ ਸਨ, ਮੇਰਾ ਉਹਨਾਂ ਨਾਲ ਬੜਾ ਪਿਆਰ ਸਨੇਹ ਰਿਹਾ। ਕਹਿੰਦੇ ਮਹਾਰਾਜ ਦੇ ਚਰਨਾਂ 'ਚ ਇੱਕ ਅਰਦਾਸ ਕਰੋ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਇੱਕ ਅਰਦਾਸ ਕਰੋ, ਨਿਰੰਕਾਰ ਦੇ ਅੱਗੇ ਇੱਕ ਅਰਦਾਸ ਕਰੋ, ਹੇ ਵਾਹਿਗੁਰੂ ਤੂੰ ਕਦੀ ਸਾਡੀ ਪ੍ਰੀਖਿਆ ਨਾ ਲਈ, ਕਿਉਂਕਿ ਅਸੀਂ ਤੇ ਫੇਲ ਹੀ ਫੇਲ ਹਾਂ। ਤੇ ਮਹਾਰਾਜ ਦੇ ਅੱਗੇ ਇੱਕ ਅਰਦਾਸ ਕਰੋ, ਐ ਗੁਰੂ ਅਸੀਂ ਕਦੀ ਤੇਰੀ ਪ੍ਰੀਖਿਆ ਨਾ ਲਈਏ, ਕਿਉਂਕਿ ਗੁਰੂ ਸਮਰੱਥ ਹੈ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਉੱਥੇ ਧੰਨ ਗੁਰੂ ਅਮਰਦਾਸ ਜੀ ਦੇ ਅੰਦਰ ਖਿਆਲ ਆਇਆ ਹੈ, ਕਹਿੰਦੇ ਨੇ ਦੇਖਾਂ ਤੇ ਸਹੀ। ਉਹ ਜਾਣ ਕੇ, ਜਿਹਨੂੰ ਅੰਗਰੇਜ਼ੀ 'ਚ ਆਪਾਂ ਕਹਿੰਦੇ ਨਾ ਇੰਟੈਂਸ਼ਲੀ, ਉਹ ਮਹਾਰਾਜ ਬਾਹਰ ਖੜੇ ਨੇ ਕਮਰੇ 'ਚ ਤੇ ਅੰਦਰ ਧੰਨ ਗੁਰੂ ਅੰਗਦ ਸਾਹਿਬ ਬਿਰਾਜਮਾਨ ਹੈ। ਜੋਤ ਤੇ ਉਹੀ ਹੈ ਨਾ, ਚਾਹੇ ਉਹ ਗੁਰੂ ਨਾਨਕ ਸਾਹਿਬ ਹੈ, ਚਾਹੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਮਹਾਰਾਜ ਬਾਹਰ ਖੜੇ ਹਨ, ਵਿੱਚ ਦੀਵਾਰ ਹੈ ਤੇ ਧੰਨ ਗੁਰੂ ਅੰਗਦ ਸਾਹਿਬ ਜੀ ਨੂੰ ਸਪੁੱਤਰੀ ਬੀਬੀ ਅਮਰੋ ਮਿਲਦੀ ਹੈ, ਨਮਸਕਾਰ ਕਰਦੀ ਹੈ, ਉਹ ਗੱਲਬਾਤ ਕਰਦੀ ਹੈ ਤੇ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਧੰਨ ਗੁਰੂ ਅੰਗਦ ਸਾਹਿਬ ਉੱਥੇ ਆਪਣੀ ਰਸਨਾ ਤੋਂ ਪਤਾ ਕੀ ਕਹਿੰਦੇ ਨੇ, ਪੜ੍ਹੋ ਡਾਕਟਰ ਭਾਈ ਵੀਰ ਸਿੰਘ ਜੀ ਨੂੰ, ਕਹਿੰਦੇ ਨੇ ਇਹ ਮੇਰੀ ਬੱਚੀ, ਇਹ ਮੇਰੀ ਸਪੁੱਤਰੀ, ਸੁਣ ਪੁੱਤਰੀ ਪ੍ਰਾਣਨ ਤੇ ਪਿਆਰੀ। ਪੁੱਤਰੀਆਂ ਮੈਂ ਬੇਨਤੀ ਕਰਾਂ, ਇਹ ਇਤਿਹਾਸ ਦੇ ਬੋਲ ਹਨ, ਉਹ ਪ੍ਰਾਣਾਂ ਤੋਂ ਪਿਆਰੀਆਂ ਹਨ। ਤੇ ਇਹ ਵੀ ਮੈਂ ਬੇਨਤੀ ਕਰਾਂ, ਜੋ ਮਾਂ ਬਾਪ ਦੀ ਸੇਵਾ ਤੇ ਮਾਂ ਬਾਪ ਦੇ ਦੁੱਖ ਨੂੰ ਧੀ ਸਮਝਦੀ ਹੈ, ਪੁੱਤਰੀ ਸਮਝਦੀ ਹੈ, ਉਹ ਕੋਈ ਸਮਝ ਨਹੀਂ ਸਕਦਾ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ, ਸੁਣ ਪੁੱਤਰਨ ਪ੍ਰਾਣਨ ਤੇ ਪਿਆਰੀ, ਇਹ ਮੇਰੀ ਸਪੁੱਤਰੀ। ਇੱਕ ਗੱਲ ਸੁਣ, ਜਿਨ੍ਹਾਂ ਨੂੰ ਨਾਲ ਲੈ ਕੇ ਆਈਦਾ ਹੈ ਉਹਨਾਂ ਨੂੰ ਅੰਦਰ ਲੈ ਕੇ ਆਈਦਾ ਹੈ, ਬਾਹਰ ਨਹੀਂ ਖੜੇ ਕਰਕੇ ਆਈਦਾ ਹੈ। ਤੇ ਜਦੋਂ ਇਹ ਬੋਲ ਧੰਨ ਗੁਰੂ ਅਮਰਦਾਸ ਜੀ ਦੇ ਕੰਨਾਂ 'ਚ ਪੈ ਗਏ, ਉਸੇ ਵੇਲੇ ਸਿਰ ਜਿਹੜਾ ਹੈ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਰੱਖਿਆ ਹੈ, ਉਸੇ ਵੇਲੇ ਨਮਸਕਾਰ ਕੀਤੀ ਹੈ ਕਿ ਸਤਿਗੁਰ ਤੇ ਘਟ ਘਟ ਨੂੰ ਜਾਣਨ ਵਾਲੇ ਹਨ। ਮੈਂ ਅਰਜ਼ ਕਰਾਂ, ਜੋਤ ਉਹੀ ਹੈ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਆਨੰਦਪੁਰ ਸਾਹਿਬ ਪੁੱਛਿਆ, ਮਹਾਰਾਜ ਇਹ ਅੰਮ੍ਰਿਤ ਦੇ ਇਵਜ਼ ਦੇ ਵਿੱਚ ਆਪ ਕੀ ਭੇਟ ਕਰੋਗੇ, ਆਪ ਕੀ ਨਜ਼ਰਾਨਾ ਦਿਓਗੇ? ਤੇ ਉੱਥੇ ਮਹਾਰਾਜ ਨੇ ਪਤਾ ਨੇਤਰ ਬੰਦ ਕੀਤੇ ਹਨ, ਅੱਖਾਂ ਬੰਦ ਕੀਤੀਆਂ ਹਨ। ਕਲਗੀਧਰ ਚਮਤਕਾਰ ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਹਨ, ਹਜ਼ੂਰ ਨੇ ਕੋਈ ਜਵਾਬ ਨਹੀਂ ਦਿੱਤਾ, ਨੇਤਰ ਬੰਦ ਕੀਤੇ ਹਨ। ਤੇ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਨੇ, ਇੰਜ ਲੱਗਦਾ ਮਹਾਰਾਜ ਦੇ ਸਾਹਮਣੇ ਚਮਕੌਰ ਦੀ ਗੜੀ ਹੈ, ਇੰਜ ਲੱਗਦਾ ਸਰਹੰਦ ਦੀਆਂ ਦੀਵਾਰਾਂ ਹਨ। ਹਜ਼ੂਰ ਨੇ ਕੋਈ ਜਵਾਬ ਨਹੀਂ ਦਿੱਤਾ। ਤੇ ਉੱਥੇ ਭਾਈ ਮੋਹਕਮ ਸਿੰਘ ਕਹਿੰਦੇ ਨੇ, ਮਹਾਰਾਜ ਅਸੀਂ ਕੁਝ ਬੇਨਤੀ ਕੀਤੀ ਹੈ, ਅਸੀਂ ਸੀਸ ਭੇਟ ਕੀਤਾ ਹੈ, ਸਿਰ ਭੇਟ ਕੀਤਾ ਹੈ, ਤੁਸੀਂ ਕੀ ਦਿਓਗੇ? ਮਹਾਰਾਜ ਨੇ ਕੋਈ ਜਵਾਬ ਨਹੀਂ ਦਿੱਤਾ। ਤੇ ਤੀਸਰੀ ਵਾਰਾਂ ਭਾਈ ਸਾਹਿਬ ਸਿੰਘ ਜੀ ਕਹਿੰਦੇ ਨੇ, ਮਹਾਰਾਜ ਕੋਈ ਗੁਸਤਾਖੀ ਹੋ ਗਈ ਹੈ, ਤੁਸੀਂ ਕੋਈ ਜਵਾਬ ਹੀ ਨਹੀਂ ਦੇ ਰਹੇ, ਤੁਸੀਂ ਕੋਈ ਆਨਸਰ ਹੀ ਨਹੀਂ ਦੇ ਰਹੇ। ਅਸੀਂ
ਬੇਨਤੀ ਕੀਤੀ, ਅਸੀਂ ਸੀਸ ਭੇਟ ਕੀਤਾ ਹੈ, ਇਹ ਅੰਮ੍ਰਿਤ ਦੀ ਦਾਤ ਲਈ ਹੈ, ਤੁਸੀਂ ਕੀ ਭੇਟ ਕਰੋਗੇ? ਤੇ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੈਂ ਅਰਜ਼ ਕਰਾਂ ਇਤਿਹਾਸਕ ਬਚਨ ਹਨ। ਉਹਨਾਂ ਦੇ ਇਹ ਬੋਲ ਹਨ। ਹਜ਼ੂਰ ਪਤਾ ਕੀ ਕਹਿੰਦੇ ਨੇ? ਮੋਹ ਗ੍ਰਹਿ ਮੈਂ ਮਨ ਤੇ ਦਨ ਤੇ ਸਿਰ ਲੋਚਨ ਹੈ ਸਭ ਹੀ ਇਨ ਕੋ। ਇਹ ਖਾਲਸੇ ਤੁਸੀਂ ਇੱਕ ਸਿਰ ਦੀ ਗੱਲ ਕਰ ਰਹੇ ਹੋ, ਇੱਕ ਸੀਸ ਦੀ ਗੱਲ ਕਰ ਰਹੇ ਹੋ। ਵਕਤ ਆਏਗਾ, ਸਮਾਂ ਆਏਗਾ, ਮੈਂ ਸਾਰਾ ਸਰਬੰਸ ਸ਼ਹੀਦ ਕਰਾ ਦਿਆਂਗਾ। ਮੈਂ ਸਾਰਾ ਸਰਬੰਸ ਕੁਰਬਾਨ ਕਰਾ ਦਿਆਂਗਾ। ਮੈਂ ਅਰਜ਼ ਕਰਾਂ ਜਿੱਥੇ ਉੱਥੇ ਵਿਸਾਖੀ ਦੀ ਘਟਨਾ ਘਟੀ ਹੈ, ਵਿਸਾਖੀ ਤੋਂ 20 ਦਿਨ ਪਹਿਲੇ ਅੱਜ ਹੋਲਾ ਮਹੱਲਾ ਹੈ ਤੇ ਵਿਸਾਖੀ 'ਚ 20 ਦਿਨ ਹੀ ਹੈ ਨਾ, ਇੰਨਾ ਕੀ ਗੈਪ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਥੋੜ੍ਹਾ ਧਿਆਨ ਦੇਣਾ। ਸਿੱਖ ਰੋਜ਼ ਆਉਂਦੇ ਨੇ ਤੇ ਇੱਕ ਬੇਨਤੀ ਕਰਦੇ ਨੇ, ਮਹਾਰਾਜ ਹੋਲੀ ਬੜਾ ਵੱਡਾ ਤਿਉਹਾਰ ਹੈ, ਲੋਕੀ ਰੰਗ ਪਾ ਰਹੇ ਹੈ, ਕੋਈ ਲਾਲ ਰੰਗ ਪਾਉਂਦਾ ਹੈ, ਕੋਈ ਹਰਾ ਪਾਉਂਦਾ ਹੈ, ਕੋਈ ਗੇਰੂਆ ਪਾਉਂਦਾ ਹੈ, ਕੋਈ ਕਾਲੇ ਪਾਉਂਦਾ ਹੈ। ਤੇ ਗੁਸਤਾਖੀ ਮਾਫ, ਮੈਨੂੰ ਕਹਿਣਾ ਨਹੀਂ ਚਾਹੀਦਾ, ਖਿਮਾ ਮੈਂ ਪਹਿਲੇ ਹੀ ਮੰਗ ਲਾਂ। ਇੰਡੀਆ ਦੇ ਵਿੱਚ ਲੋਕ ਗੰਦਾ ਪਾਣੀ ਵੀ ਪਾ ਦਿੰਦੇ ਆ, ਆਂਡੇ ਵੀ ਸੁੱਟ ਦਿੰਦੇ ਆ, ਆਲੂ ਵੀ ਸੁੱਟ ਦਿੰਦੇ ਆ, ਟਮਾਟਰ ਵੀ ਸੁੱਟ ਦਿੰਦੇ। ਉਹ ਇੱਕ ਹੁੱਲੜਬਾਜੀ ਹੈ ਨਾ, ਇੱਕ ਉਹ ਕਹਿ ਲਓ ਸੋਰਸ ਆਫ ਐਂਟਰਟੇਨਮੈਂਟ ਹੈ। ਇੱਦਾਂ ਵੀ ਲੋਕ ਕਰਦੇ ਨੇ, ਸ਼ਰਾਰਤਾਂ ਵੀ ਕਰਦੇ ਨੇ। ਖੈਰ ਉਹ ਇੱਕ ਯੰਗ ਹੈ। ਮਹਾਰਾਜ ਲੋਕ ਜਿਹੜੇ ਹਨ ਰੰਗ ਪਾ ਰਹੇ ਹੈ। ਸਿੱਖ ਕਹਿੰਦੇ ਨੇ ਮਹਾਰਾਜ ਆਪਾਂ ਵੀ ਹੋਲੀ ਖੇਡੀਏ, ਕਿਉਂਕਿ ਹੋਲੀ ਦਾ ਤਿਉਹਾਰ ਮੈਂ ਤੂਕ ਮਾਤਰ ਫਿਰ ਬੇਨਤੀ ਕਰਾਂ, ਵੀਰ ਜੀ ਰਿਕਾਰਡਿੰਗ ਕਰ ਰਹੇ ਹੈ, ਇਹਦਾ ਜਿਹੜਾ ਸੰਬੰਧ ਹੈ ਉਹ ਸਤਯੁਗ ਤੋਂ ਹੈ, ਪ੍ਰਹਿਲਾਦ ਭਗਤ ਤੋਂ ਹੈ। ਇਹਦਾ ਜਿਹੜਾ ਸੰਬੰਧ ਹੈ ਉਹ ਦੁਆਪਰ ਯੁੱਗ ਦੇ ਵਿੱਚ ਵੀ ਹੈ। ਸ਼੍ਰੀ ਕ੍ਰਿਸ਼ਨ ਦੀ ਹੋਲੀ ਬ੍ਰਿਜ ਦੇ ਵਿੱਚ ਮੰਨੀ ਹੋਈ ਹੋਲੀ ਹੈ, ਉਹਨਾਂ ਨੇ ਹੋਲੀ ਖੇਡੀ। ਉਹਦਾ ਇੱਕ ਕਾਰਨ ਮੈਂ ਇਹ ਵੀ ਬੇਨਤੀ ਕਰਦਿਆਂ ਦਰਅਸਲ ਖਿਮਾ ਕਰ ਲੈਣਾ, ਹੋਲੀ ਨੂੰ ਅਛੂਤਾਂ ਦਾ ਤਿਉਹਾਰ ਵੀ ਮੰਨਿਆ ਗਿਆ ਹੈ। 4 ਵਰਣ ਹੈ ਨਾ, ਬ੍ਰਾਹਮਣ, ਵੈਸ਼, ਖੱਦਰੀ ਤੇ ਅਛੂਤ। ਉਹਨਾਂ ਨੇ ਅਛੂਤਾਂ ਦਾ ਇਹਨੂੰ ਤਿਉਹਾਰ ਮੰਨਿਆ। ਉਹ ਲੋਕ ਜਿਹੜੇ ਇੱਕ ਦੂਜੇ ਉੱਤੇ ਗੰਦ ਪਾਉਂਦੇ ਸਨ, ਗੰਦਗੀ ਖੇਲਦੇ ਸਨ, ਤੇ ਸ਼੍ਰੀ ਕ੍ਰਿਸ਼ਨ ਨੇ ਉਹਨਾਂ ਨੂੰ ਰੋਕਿਆ। ਉਹਨਾਂ ਨੇ ਕਿਹਾ ਨਹੀਂ ਰੰਗ ਪਾਓ। ਤੇ ਉਹ ਜਿਹੜੇ ਰੰਗ ਉਹਨਾਂ ਨੇ ਬ੍ਰਿਜ ਭੂਮੀ ਦੇ ਵਿੱਚ, ਉਹਨਾਂ ਨੇ ਮਥੁਰਾ ਦੇ ਵਿੱਚ, ਉਹਨਾਂ ਨੇ ਬਿੰਦਰਾਬਨ ਦੇ ਵਿੱਚ ਹੋਲੀ ਖੇਡੀ। ਮੈਂ ਅਰਜ਼ ਕਰਾਂ ਉਹਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਵੀ ਜ਼ਿਕਰ ਹੈ, ਗੁਰੂ ਸ਼ਬਦ ਵਿੱਚ ਵੀ ਜ਼ਿਕਰ ਹੈ। ਅਸੀਂ ਪੰਕਤੀਆਂ ਪੜ੍ਹਦੇ ਹਾਂ, ਧਿਆਨ ਦੇਣਾ। ਉੱਥੇ ਉਹ ਭਗਤ ਜੀ ਕਹਿੰਦੇ ਹਨ, ਧੰਨ ਧੰਨ ਉਹ ਰਾਮ ਬੇਨਮਾਜੇ ਮਦਰ ਮਦਰ ਧੁਨ ਅਨਹਦ ਬਾਜੇ, ਧੰਨ ਧੰਨ ਮੇਗਾ ਰੋ ਮਾਵਲੀ ਜੈ ਓਡੇ ਕ੍ਰਿਸ਼ਨ ਕਾਂਪਲੀ। ਉਹ ਬਿੰਦਰਾਬਨ ਤੂੰ ਧੰਨ ਹੈ ਜਿੱਥੇ ਕ੍ਰਿਸ਼ਨ ਜੀ ਨੇ ਰਾਸ ਲੀਲਾ ਕੀਤੀ ਹੈ। ਮੈਂ ਅਰਜ਼ ਕਰਾਂ ਲੋਕ ਹੋਲੀਆਂ ਖੇਡਦੇ ਨੇ ਤੇ ਲੋਕਾਂ ਨੇ ਪੁੱਛਿਆ ਮਹਾਰਾਜ ਆਪਾਂ ਵੀ ਹੋਲੀ ਖੇਡੀਏ, ਆਪਾਂ ਵੀ ਕੁਝ ਐਂਟਰਟੇਨਮੈਂਟ ਕਰੀਏ, ਆਪਾਂ ਵੀ ਕੁਝ ਜਿਹੜਾ ਇਸ ਤਰ੍ਹਾਂ ਦਾ ਫਨ ਕਰੀਏ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕੋਈ ਜਵਾਬ ਨਹੀਂ ਦੇ ਰਹੇ। ਮੈਂ ਅਰਜ਼ ਕਰਾਂ ਹੋਲੀ ਜਦ ਆਰੰਭ ਹੁੰਦੀ ਹੈ ਤੇ ਜਿਹੜੀ ਲਾਸਟ ਹੋਲੀ ਹੈ ਉਹਨੂੰ ਦਰਅਸਲ ਦੇ ਵਿੱਚ ਕਹਿੰਦੇ ਨੇ ਹੋਲਿਕਾ ਦਹਨ। ਕਿਉਂਕਿ ਮੇਰਾ ਬੜਾ ਲੰਬਾ ਜਿਹੜਾ ਬਰਮਨ ਹੈ ਉਹ ਇੱਧਰ ਯੂਪੀ ਦੇ ਵਿੱਚ, ਬਿਹਾਰ ਦੇ ਵਿੱਚ, ਝਾਰਖੰਡ 'ਚ ਰਿਹਾ। ਜਿਹੜੀ ਲਾਸਟ ਹੋਲੀ ਹੈ ਉਹਨੂੰ ਕਹਿੰਦੇ ਨੇ ਹੋਲਿਕਾ ਦਹਨ। ਉਹ ਹੋਲਕਾਂ ਦੀ ਡੈਥ ਹੋਈ। ਮੈਂ ਰਾਤੀ ਬੇਨਤੀ ਕੀਤੀ, ਪ੍ਰਹਿਲਾਦ ਦੀ ਜਿਹੜੀ ਭੂਆ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜ਼ਿਕਰ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਮੈਂ ਅਰਜ਼ ਕਰਾਂ ਸ਼ਬਦ ਹੋਲੀ ਹੀ ਹੈ। ਉੱਥੇ ਮਹਾਰਾਜ ਨੇ ਹੋਲੀ ਸ਼ਬਦ ਵਰਤਿਆ ਹੈ। ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਜਾਂ ਕੋ ਹਰ ਰੰਗ ਲਾਗੋ, ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ। ਤੇ ਇੱਥੇ ਮੈਂ ਇੱਕ ਬੇਨਤੀ ਕਰਾਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਉਹ ਗੁਰੂ ਹਨ, ਉਹ ਸਤਿਗੁਰੂ ਹਨ। ਸਤਯੁਗ ਦੇ ਵਿੱਚ, ਦੁਆਪਰ ਦੇ ਵਿੱਚ ਤੇ ਤ੍ਰੇਤਾ ਦੇ ਵਿੱਚ। ਆਦਰਨੀਏ ਪੰਥ ਰਤਨ ਗੁਰਮਤਿ ਵਿਦਿਆ ਮਾਰਟਨ ਗਿਆਨੀ ਸੰਤ ਸਿੰਘ ਮਸਕੀਨ ਸਾਹਿਬ, ਜਿਨ੍ਹਾਂ ਨੇ ਮੇਰਾ ਖਿਆਲ ਹੈ ਕਿ ਕਰੀਬਨ 30 ਸਾਲ ਤੋਂ ਜ਼ਿਆਦਾ ਪਟਨਾ ਸਾਹਿਬ ਕਥਾ ਕੀਤੀ। ਮਹਾਰਾਜ ਦੇ ਆਗਮਨ ਤੇ ਉਹ ਪਟਨਾ ਸਾਹਿਬ ਹੁੰਦੇ ਸਨ। ਸੀਸਗੰਜ ਸਾਹਿਬ ਕਥਾ ਕੀਤੀ। ਉਹ ਇੱਕ ਗੱਲ ਕਹਿੰਦੇ ਹੁੰਦੇ ਸਨ ਕਿ ਦੁਨੀਆ ਦੇ ਵਿੱਚ 2 ਗੁਰੂ ਹੋਏ ਨੇ,
अज तिकर सतयुग च, त्रेता च, दुआपर च। केड़े केड़े? एक शस्त्र गुरु है, एक शास्त्र गुरु है। श्री रामचंद्र जी का जड़ा शस्त्र गुरु है वो अलग है, जड़ा शास्त्र गुरु है वो अलग है। श्री कृष्ण का शस्त्र गुरु जड़ा है वो ऋषि संदीपन है, पर श्री गुरु कृष्ण जी का शास्त्र गुरु है वो वेद व्यास है। दो तरह के गुरु हैं। महाभारत नूं पढ़ो, उथे दो गुरु हैं। केड़े केड़े? एक गुरु द्रोण है, एक गुरु कृपाचार्य है। गुरु द्रोण जड़ा है वो शस्त्र विद्या देंदा है, ते गुरु जड़ा कृपाचार्य ते वेद व्यास है वो शास्त्र विद्या देंदा है। पर कुर्बान जाइए धन गुरु गोबिंद सिंह साहिब तो। गुरु गोबिंद सिंह साहिब इक्को ही समय शास्त्र गुरु भी ने ते वो शस्त्र गुरु भी ने। जे गुरु गोबिंद सिंह धर्म ग्रंथां का टीका करते हैं तो मैं बेनती करा, जदों महाराज की रचना पढ़ते हाँ धन गुरु गोबिंद सिंह साहिब की, तो इंज लगता है दुनिया का कोई हिंदी का, संस्कृत का, ब्रिज का, फारसी का, अरबी का और पंजाबी का कोई उस वक्त का ते हुण तक का साहित्यकार गुरु गोबिंद सिंह साहब का मुकाबला ही नहीं कर सकता। उन्हां दे नेड़े भी नहीं जा सकता। जदों वो रचना करते हैं, जदों वो अपनी जुबान तो पवित्र बोल कहते हैं, तो एक मैं बोल गुरु गोबिंद सिंह साहब का बसंत के संबंध में आपके समस्त भेंट करा। जदों बसंत रुत होंदी है तो फुल खिड़ते हैं, बसंत चल रही है, तो उन्हां दे उत्ते भंवरा आउंदा है। वो भंवरा जड़ा है वो फुल्लां दी महक लैंदा है। देखो गुरु गोबिंद सिंह साहब की अवस्था कितनी महान है, उन्हां दी स्पिरिचुअल अप्रोच कितनी महान है। पता गुरु गोबिंद सिंह जी उत्थे की कहंदे ने? कहूँ फूल होए के बली बांत फूले, कहूँ बवर होए के बहे बेग ऐसे, कहूँ मोहे कैसे कथे तोहे कैसे। महाराज कहंदे ने हे निरंकार, हे वाहिगुरु, ये फुल्लां दे विच जिहड़ी खुशबू आ रही है ना, गुलाब दा फुल है, चमेली दा है, गेंडे दा है, इहदे विच जिहड़ी मुअत्तरता आ रही है, ये फुल्लां दे विच दरअसल हकीकत ये है तू ही खिड़िया होया है, तू ही महक दे रहा है। कहूँ फूल होए के बली बांत फूले, कहूँ पवन होए के बहे बेग ऐसे। ये हवा जड़ी मुअत्तरता दे रही है, ये पवन दे विच भी तू है। कहूँ मोहे कैसे कथे तो है कैसे। ऐ निरंकार, मैं तेनों कित्थों तिकर वर्णन करा। मैं अर्ज करा, जदों गुरु गोबिंद सिंह साहिब की कलम लिखती है तो दुनिया दे विच उन्हां दे कलम का कोई सानी नहीं है, तो जदों गुरु गोबिंद सिंह साहिब की तलवार चलती है वो तलवार का भी कोई सानी नहीं है। होले महल्ले नूं महाराज अज जदों दिन आया है, मैं बेनती करा, सिख रोज़ कहते हैं महाराज आपां होली खेडीए, आपां होली नूं सैलीब्रेट करिए। अज होली की रात खत्म हो गई है, अज होली का दिन खत्म होया है। आनंदपुर साहब अज होले महल्ले का दिन चढ़िया है, तो धन गुरु गोबिंद सिंह साहिब ने नीला चोला पहने है। इतिहास के मुताबिक, तवारीख के मुताबिक दो चोलियां का जिक्र है। मैं एक बेनती करा, विसाखी वाले दिन हजूर ने बसंती रंग, जिन्हों असी केसरी रंग कहने, वो चोला पहने, वो बाणा पहने, पर अज महाराज ने नीला चोला पहने, नीले लिबास च हजूर आए ने। अज महाराज का जाहो जलाल देखिया ही नहीं जा रहा। कारण पता की है? हकीकत ये है, मैं थोड़ी जी बेनती करा, दिस इज़ ए नॉट प्रिजुडाइस ऑफ दैम, ये इतिहासक तौर पर है कि धन गुरु गोबिंद सिंह जी महाराज, मैं थोड़ी जी इंटरप्शन चाहना हाँ, खिमा चाहना हाँ, सॉरी फॉर इंटरप्शन। दो जो गाड़ियाँ हैं उन्होंने रस्ता जड़ा है वो ब्लॉक किया होया है।
EEK 1610 कोई जीप है, KK2 5629 टोयोटा की गड्डी है, जिन्हों की भी होवे, क्योंकि ये संताप मैं भी बड़ा हंडाया है। वो मैं भी कई बार कार पार्क कर जाता ही तो अगे पिछे या मैं ही कर देवां तो अगला दुखी होंदा है। तो प्लीज़ उन्होंने रिमूव किया जाए। मैं फिर बेनती करा, 2 गड्डियाँ जड़ियाँ हैं उन्होंने वो रस्ता ब्लॉक किया है, प्लीज़ रिमूव किया जाए। सॉरी फॉर इंटरप्शन। तो मैं अर्ज़ कर रहा सी, धन गुरु गोबिंद सिंह साहिब ने नीला अज बाना पहनिया होया है, नीले बस्तर पहने हैं। विसाखी वाले दिन गेरुए बस्तरों का, बसंती बस्तरों का जिक्र है। हजूर का अज जाहो जलाल देखिया नहीं जाता। मैं बेनती कर रहा सी, इतिहास है एक इंग्लिश दे विच वर्ड है इंप्रैसिव परसनैलिटी। हकीकत यह है जिन्हों ने गुरु गोबिंद सिंह साहिब के दर्शन किए हैं, जिन्हों ने भी वो गुरु गोबिंद सिंह जी दे ही हो गए सन। उन्हों दे विच इन्नी खिच सी, उन्हों दे विच इन्ना प्रताप सी। हजूर का जिहड़ी वाइब्रेशन है, स्पिरिचुअल वाइब्रेशन जिन्हों कहते हैं, जिन्हों आबा मंडल कहते हैं, वो देखिया ही नहीं जा रहा, वो सहारिया ही नहीं जा रहा। क्यों? क्योंकि उत्थे कवियां ने एक महिमा भी लिखी है। मैं जो पाउंटा साहब कथा करता रहा ना, तो मैं उत्थे एक कविता का जिक्र किया। 2 कवि बैठे हैं, तो 2 कवि धन गुरु गोबिंद सिंह जी के 52 कवि सन। थोड़ा ध्यान देना, 52 दे विचों 2 कवि बैठे ने। वो 2 कवि आपस दे विच गलबात कर रहे हैं, आपस च ख्याल दे रहे हैं। कुलराज सिंह जी ध्यान देना, तुसीं भी कवि हो। वो 2 कवि आपस दे विच डायलॉग कर रहे हैं। एक कवि पता की कहता है, कहता गुरु गोबिंद सिंह साहब खूबसूरत बड़े ने, सुंदर बड़े ने, उन्हों का चेहरा बड़ा सुंदर है। तो दूजा कवि पता की कहता है, वह नाम है धन्ना सिंह। वो कहता धन गुरु गोबिंद सिंह साहिब का मुख जड़ा है चंचल चकोर, चित बने सुंदर दीन बोर। महाराज कहते ने उन्हों का जोड़ा चेहरा है ना, वो कवि कहता है वो इंज है जिमें चांदनी रात दे विच चांद चमक रहा है। किसी सुंदरता नूं असीं चांदनी रात नाल तशबीह देने हैं। चंद्रमा की सुंदरता बड़ी खूबसूरत मनी गई। चंद्रमा का दर्शन बड़ा हिरदे नूं सकून देंदा है। तो गुरु अर्जन देव जी ने वह प्रमाण भी दिता। मैं कोशिश करता मैं बाणी तो बाहर न जावां, महाराज ने वह प्रमाण भी दिता। चंदन चंद न सरद रुत, मूल न मिटई काम। मैं व्याख्या नहीं करता। चंद्रमा शीतलता का प्रतीक है। कहता गुरु गोबिंद सिंह साहिब का चेहरा तो चांद की तरह है, चंद्रमा की तरह है। तो उत्थे कवि धन्ना सिंह पाउंटा साहिब की धरती ते कहता तू महाराज के चेहरे नूं चांद दे नाल तशबीह ना दे, चंद्रमा नाल तशबीह ना दे। वो कहता सुंदर बड़ा है, देख चांद का प्रताप। कहता तू वो सुंदर देख रहा है, वह प्रताप देख रहा है, तो तेनू ये नहीं देख रहा चंद्रमा के चेहरे के उत्ते भी गौतम ऋषि का कलंक है, वो सामने नज़र नहीं आ रहा। कथा है ना भगत तरलोचन जी ने लिखी, मैं उधर ना जावां। भगत तरलोचन जी का शब्द तुसी पढ़ो, नारायण निंदस काय भूल गवारी। वो तरलोचन जी ने जिक्र किया है चंद्रमा के चेहरे उत्ते भी दाग है। तो उत्थे कवि धन्ना सिंह कहता तेनू पता गुरु गोबिंद सिंह जी ते निर्दाग हैं, उन्होंने ते दाग ही कोई नहीं है। उन्हों का चेहरा, उन्हों की शख्सियत दे उत्ते दाग कोई नहीं है। अज महाराज ने नीला चोला पहने है, हजूर घोड़े के उत्ते सवार होए है। मैं इत्थे एक बेनती कर रहा, मैं विसाखी ते बेनती की धन गुरु गोबिंद सिंह साहब के घोड़े का जिक्र करना बड़ा जरूरी है। वह एक कारण है, मैं हिस्टोरिकल तौर पर जिन्होंने इतिहास पढ़िया है, महाराणा प्रताप का जिथे भी जिक्र आता है उहदे घोड़े का जिक्र आता है। उहदे घोड़े का नाम सी चेतन। मैं बेनती करा चेतक, वो चेतक जड़ा उहदा जिक्र नाल आउंदा है। तो जदों धन गुरु गोबिंद सिंह साहब का जिक्र आता, महाराज के नीले घोड़े का जिक्र आता है। महाराज का वो घोड़ा स्पैशल है, हजूर वो घोड़े के उत्ते है। तो अज भी मैं बेनती करा जड़ा आनंदपुर साहब होला महला मनाया जाता है, हुण तो महाराज की कृपा कल मैं 2 मेरा ख्याल है यूरोप तो ही निहंग गए सन तो अंग्रेज सन,
मेरा ख्याल है जोगी जी दे होने हैं, तो वो घोड़सवारी कर रहे सन। कल ही मैं उन्होंने वीडियो देखी आनंदपुर साहब। महाराज घोड़े ते सवार होए है, ते हजूर जदों घोड़े ते सवार हो के महाराज संगत दे विच आए हैं, तो महाराज ने उत्थे की कौतक कीता है। मैं बेनती करा, ये अफगानिस्तान की सिख संगत ने गुरुद्वारा तामीर किया है, तो धन गुरु गोबिंद सिंह साहिब के अफगानी सिख भाई साहब भाई नंद लाल जी ने उस गल नूं लिखिया है, उस घटना नूं लिखिया है। पता भाई साहब की कहते हैं? मैं बेनती करा, मेरे बोल नहीं है, भाई साहब भाई नंद लाल जी के बोल हैं, वो उत्थे मौजूद हैं महाराज दे। वो कहते ने गुल होली बा बाग दाहर बू करद लब चू गुंचा रा फरखंदा खू करद। फिर भाई साहब उत्थे कहते ने महाराज ने की कीता है, गुरु गोबिंद सिंह जी का जदों घोड़ा तेज आया है, तो वो जिहड़ी गरूद है, गरूद कहते हैं मिट्टी नूं उडना, वो उड्डी है चारे पासों, इंज है जिवें हनेरी आ गई। महाराज नीले घोड़े ते सवार होए ने, ते महाराज ने अपने बाणे दे विचों, अपने चोले दे विचों, मैं अर्ज करा भाई साहब भाई नंद लाल इत्थे कह रहे ने, उन्हां दे बोल है, जह पिचकारीए पुर जाफरानी की हर बेरंग रा खुश रोंगो बू करद। ये भाई नंद लाल जी दे बोल है, फारसी दे बोल। कहते हैं गुरु गोबिंद सिंह साहब ने पिचकारी कड्डी है, ते उस पिचकारी नूं महाराज ने प्रैशर दे नाल हथ मारिया है, ते ओहदे विचों रंग नहीं आए, ओहदे चों गुलाल आया है। अज भी मैं बेनती करा, थोड़ी जी मैं नाल इतिहासक तौर पर बेनती करा, होला महला आनंदपुर साहब ही नहीं मनाया जाता, पौंटा साहब भी है। तो ये भी मैं अर्ज करा, होले महल्ले की रात श्री दरबार साहिब गुरु ग्रंथ साहब जी का जोड़ा सुखासन होंदा, जोड़े अमृतसर रहंदे ने, उन्होंने वो दृश्य देखा होएगा। खास तौर पर अखंड कीर्तनी जथे दे मैं भाई साहब भाई जोगिंदर सिंह जी तलवाड़ा की जी संगत की, वो बकायदा वो महाराज की फुलों की वर्खा करते, गुलाल की वर्खा कर होंदी है। कहते ने गुरु गोबिंद सिंह साहब ने गुलाल की वर्खा की है, तो वो जड़ा पिचकारी शब्द है, हुणे मैनू वीर जी मुसाफर जी दस रहे, वो है ही फारसी का दरअसल। जहे पचकारीए, महाराज ने पचकारी दे विचों वो गुलाल सुटिया है, तो सतगुरु गुरु गोबिंद सिंह जी ने उथे अपने सिंगां नाल शस्त्रां दा अभ्यास किया है। वो सिंह किहड़े हैं? उथे बाबा अजीत सिंह जी का जिक्र है, बाबा जुझार सिंह जी का जिक्र है। महाराज ने उन्हां दे नाल उस शस्त्रां दा अभ्यास किया है, तो इंज होले महल्ले नूं महाराज ने सैलीब्रेट किया है। तो उत्थे धन गुरु गोबिंद सिंह साहिब पता की कहंदे ने, हजूर दा उत्थे बोल हैं, महाराज दे वीर रस की उत्थे रचना है। हजूर गुरु गोबिंद सिंह साहब कहंदे ने, खग खंड बिहंडन खलदल खंडन अतनन मंडन बरबंडन पुज तेज अखंडन। महाराज कहते हैं जय तेगं जय तेगं जय तेगं। तो उत्थे गुरु गोबिंद सिंह साहब ने होले महल्ले की महान स्पिरिट जड़ी है खालसे दे विच पैदा की, होले महल्ले की दात दी। मेरे वालों आप सारिਆਂ ਨੂੰ होले महल्ले दियां लख लख वधाइयां, वसाखी दियां खालसा साजना पूर्व दियां लख लख वधाइयां। धन गुरु गोबिंद सिंह जी महाराज रहमत करन। क्योंकि मैं एक बेनती करा, मैनू कई दफ़ा ये मैं बेनती की, मैनू इंज लगता है कि महाराज दियां ये पंक्तियां गुरु गोबिंद सिंह साहब ते ही है। किहड़ियां? तेरे कवन कवन गुण कह कह गावां, तू साहिब गुणी निदाना। जिहबा एक कवन गुण कहिए, बेसुमार बेअंत सुआमी, तेरो अंत न किन्ही लईए। ए गुरु गोबिंद सिंह साहब तुहाडी किहड़ी किहड़ी महिमा नूं गायन किया जाए। तुसी इक्को ही समय कवि हो, कलम दे धनी हो, इक्को ही समय तलवार दे धनी हो, इक्को ही समय विचार दे धनी हो, इक्को ही समय गुरु हो, इक्को ही समय चेला हो। ऐसे सतगुरु गुरु गोबिंद सिंह साहिब जी का बेअंत बेअंत शुक्र, हार्दिक वधाइयाँ। इतनी सेवा प्रवान करनी होइयां बुलां दी खिमा। समा भी हो गया है। मैं बेनती करा, भावें अज दास का इत्थे आखिरी
दिन सी ते मैं इत्थे एज ए कथाकार नहीं सेवा करता, संगत का मैंबर ही लोकली आप जी के चरण परसदा है। क्योंकि मैनू वो दिन याद है जब धन गुरु हर राय साहब जी महाराज का आगमन पुरब सी ते मैं प्लेन व्यू गुरुद्वारा उदों चर्च विच सी। ये अफगान सिख संगत उत्थे मैं हाज़री भर के आ रहा सी ते मैं ये ट्रेन पकड़नी सी ते वो वीर जी दीदार सिंह हुणी ड्राइव कर रहे सी ते मैनू कहन लगे भाई साहब ट्रेन ते तुहाडी गई ते चलो चंगा ही होया। 20-20 मिनट बाद ट्रेन चलती है, तुहानू कहंदे मैनू कार दे विच उन्होंने कहा तुहानू एक खुशखबरी दसा। मैं क्या की कहंदे असीं ना एक अस्थान लै लिया है ते इत्थे गुरुद्वारा साहब तमीर करना, सारी डील जिहड़ी आलमोस्ट हो गई है ते ए सामने ही है। मैनू वो कार ते इंज चक्कर लवाया उन्होंने ते मैं क्या मेरी इच्छा है अंदरों देखा। कहन लगे अजे असीं अंदरों तो नहीं तुहानू दिखा सकते, बैंक की बिल्डिंग है। मैं उन्होंने घर गया तो उन्होंने बच्चों ने मैनू अज भी याद है कंप्यूटर उत्ते कुछ फोटोआं दिखाइयां अंदर इस तरह ये गुरुद्वारा है। तो महाराज की कृपा, क्योंकि मस्कीन साहब ने भी जिक्र किया है, वो कहते ने सिख जिथे भी गया है गुरु का द्वार नाल लैके गया है। तो जिथे भी 5 सिख भी है वो गुरुद्वारा उन्होंने कोशिश है पहले तमीर किया जाए। ये गुरुद्वारा फिर उदों तमीर किया, दास उदों तो ही हाज़री भर रहा है। इतों की समूह मैनेजमेंट का समूह प्रबंधक सज्जणा का दास हार्दिक तौर पर धन्यवादी है। खास तौर पर मेरे वीर सरदार हरचरण सिंह जी गुलाटी मुसाफिर जोड़े शुरू तो ही अंत थक है। जो ये गुरुद्वारा बनया ना, ये सारी टीम रात के 12-12 बजे तक मैं साध संगत जी खुद देखा तो सेवा करती सी। महाराज की बड़ी बख्शिश है, उन्होंने किताब भी लिखी है बड़ी मेहनत करके खर्चा करके, बड़ी इनफॉर्मेटिव बुक है, तुसी पढ़ भी सकते हो। इतों की सारी मैनेजमेंट सरदार बलबीर सिंह जी पावा, सरदार कुलराज सिंह जी, मेरा ख्याल है अफगान संगत दे विच बड़े पुराने सज्जन, मैनू सन 85 दियाँ इन्होंने मस्कीन साहब जी दियाँ जो बोनी स्ट्रीट कथा करते सन कुछ गल्लां भी दसियाँ। सरदार दयाल सिंह जी वोरा, सरदार संतोख सिंह जी बजाज, उजागर सिंह जी, सारियां दा दास हार्दिक तौर पर धन्यवादी है। और गुरु घर के मुख ग्रंथी भाई साहब भाई कुलदीप सिंह जी, असीं इकट्ठे ही करीबन अमेरिका आए। तो सच्ची गल है मैं वीर जी कुलदीप सिंह जी नूं अपना वड्डा भरा ही मानदा है। एक गुलाटी साहब बड़ी पुरानी गल, मैं तो परवाना जी बैठे तो इन्हां दे पिता जी साडे नाल कीर्तन करते सन, जथा सी तो परवाना साहब का इन्हां दे पिता जी नाल बड़ा प्यार। मैनू कहन लगे कि शांत साहब जड़े ने बड़े शांत सुभाअ दे ने ते बड़ा चंगा कीर्तन करते हैं। तो ये इत्थे कोई सैट नहीं होंदा इन्हां दा प्लैन। ये परवाना साहब ने मैनू गल कही। अज महाराज की कृपा है, सारा परिवार इत्थे सेवा कर रहा है। मैं इन्हां दा धन्यवादी हाँ। कई दफ़ा प्रोग्राम तो भी मेरे ध्यान च ना होवे, मैनू फोन भी कर देंदे ने कि भाई साहब तुसीं ना तुहानूं कोई असुविधा ना हो जाए, इन्ने बजे आ जाना। इत्थों की सारी संगत समूह स्टाफ हरविंदर सिंह जी गिल जी, मनजीत सिंह जी, अजीत सिंह जी, विनोद जी, लंगर दे विच जिहड़े सेवा करते हैं, क्योंकि वो भी बड़ा जरूरी काम है, उहदे बिना भी काम चलता नहीं है। सारियां दा दास धन्यवादी है। तो मैं बेनती करां दास कोलों विचरदे विचार करदे, क्योंकि मवी आम इंसान ही हाँ, मवी एक आम ह्यूमन बीइंग ही हाँ। कोई गुस्ताखी होवे नज़रअंदाज कर देना। मेरे वड्डे सरदार बलजीत सिंह जी राणा परिवार का, कालड़ा जी का, सारियां का हार्दिक किन्ना का मैं नाम लवां, सारे मैनू अपना समझ के प्यार करते, सारियां का धन्यवाद। अरदास करना सतगुरु जी कोई गलती होवे तो खिमा कर देना, अगे तो चढ़दी कला की दात बख्शिश करन। आप सारियां का हार्दिक तौर पर धन्यवाद। भुल चुक दी खिमा। अगला प्रोग्राम सरवण करो। वाहिगुरू जी का खालसा, वाहिगुरू जी की फतेह।